Hello students, I am your teacher Rahul Bahal. Today's topic is magnets and magnetism, laws of magnetism. आज ਦਾ टॉपिक हैगा magnets and magnetism, the laws of magnetism. Now, first of all, what is magnet? A magnet is a material or object that produces magnetic field. This magnetic field is invisible but is responsible for the most notable property of a magnet, a force that pulls on her ferromagnetic materials such as iron and attracts or repel other magnets. As you can see from the diagram, there is a piece of magnet which tied with a rope and it attracts iron nails as you can clearly see. ਇਹਦੇ ਵਿੱਚ ਇੱਕ ਮੈਗਨੇਟ ਦਿਖਾਇਆ ਗਿਆ ਆ। ਮੈਗਨੇਟ ਦੀ ਪ੍ਰੋਪਰਟੀਜ਼ ਕੀ ਹੁੰਦੀ ਆ, ਜਾਂ ਤਾਂ ਉਹ ਅਟਰੈਕਟ ਕਰਦਾ ਆ ਚੀਜ਼ਾਂ ਨੂੰ ਜਾਂ ਰਿਪੈਲ ਕਰਦਾ ਆ। ਅਟਰੈਕਟ ਕਿਹਨੂੰ ਕਰਦਾ ਆ? ਕੋਈ ਆਇਰਨ ਦਾ ਪੀਸ ਹੋਵੇ ਉਹਨੂੰ ਅਟਰੈਕਟ ਕਰੂੰਗਾ, ਜਾਂ ਵੀ ਕੋਈ ਫੈਰੋਮੈਗਨੈਟਿਕ ਮਟੀਰੀਅਲ ਹੋਵੇ ਉਹਨੂੰ ਅਟਰੈਕਟ ਕਰੂੰਗਾ। ਅਤੇ ਰਿਪੈਲ ਕਿਹਨੂੰ ਕਰੂੰਗਾ? ਜਿਹੜਾ ਸੇਮ ਪੋਲ ਹੋਣਗੇ, ਇਹਦੇ ਵਿੱਚ ਦੋ ਪੋਲ ਹੁੰਦੇ, ਇੱਕ ਹੁੰਦਾ ਨੌਰਥ ਪੋਲ, ਇੱਕ ਹੁੰਦਾ ਸਾਊਥ ਪੋਲ। ਅਗਰ ਸੇਮ ਪੋਲ ਦੋਨੇ ਪਾਸੇ ਆਪਾਂ ਰੱਖ ਦਈਏ ਅਤੇ ਦੋਨੇ ਕੀ ਕਰੂੰਗੇ? ਰਿਪੈਲ ਕਰੂੰਗਾ। ਰਿਪੈਲ ਦਾ ਮਤਲਬ ਹੁੰਦਾ ਵੀ ਇੱਕ ਦੂਜੇ ਤੋਂ ਓਪੋਜ਼ਿਟ ਡਾਇਰੈਕਸ਼ਨ 'ਤੇ ਜਾਓਗੇ, ਆਪਸ 'ਚ ਕੀ ਆ ਕੰਬਾਈਨ ਨਹੀਂ ਕਰੋਗੇ। ਅਤੇ ਅਟਰੈਕਟ ਦਾ ਮਤਲਬ ਹੁੰਦਾ ਕਿ ਆਪਸ 'ਚ ਕੀ ਆ ਕੰਬਾਈਨ ਕਰੋਗੇ, ਜਿੱਦਾਂ ਇਹ ਆਪਸ 'ਚ ਜੁੜ ਗਏ। ਜਿੱਦਾਂ ਤੁਸੀਂ ਦੇਖਦੇ ਪਏ ਆ, ਇੱਕ ਪੀਸ ਆ ਮੈਗਨੇਟ ਦਾ, ਦੇ ਨਾਲ ਕੀ ਆ ਨੇਲਸ, ਲੋਹੇ ਦੀਆਂ ਨੇਲਸ ਕੀ ਆ ਜੁੜ ਗਈਆਂ। ਅਤੇ ਇਹ ਇੱਕ ਫੀਲਡ ਵੀ ਆਲੇ ਦੁਆਲੇ, ਇੱਕ ਜਿੱਦਾਂ ਹੁਣ ਆਪਣਾ ਆ ਮੈਗਨੇਟ ਤੁਸੀਂ ਦੇਖਦੇ ਪਏ ਆ, ਇਹ ਮੈਗਨੇਟ ਦੇ ਕੀ ਆ, ਤੁਸੀਂ ਲਾ ਲਓ ਕਿ ਕੁਛ ਇਹਦਾ ਏਰੀਆ ਕੀ ਆ, ਇਹਨੇ ਕੀ ਆਪਣਾ ਇੱਕ ਮੈਗਨੈਟਿਕ ਫੀਲਡ ਬਣਾਉਣਾ ਹੈ। ਠੀਕ ਆ, ਜਿਹੜਾ ਕਿ ਮੈਗਨੈਟਿਕ ਫੀਲਡ ਹੁੰਦਾ ਇਨਵਿਜ਼ੀਬਲ ਆ, ਬਟ ਕੀ ਆਪਾਂ ਨੂੰ ਕੀ ਆ ਨੋਟਿਸ ਦੇ ਵਿੱਚ ਕਿੱਦਾਂ ਆਉਂਦਾ, ਜਦੋਂ ਇਹ ਕੀ ਹੈ ਕਿਸੇ ਚੀਜ਼ ਨੂੰ ਅਟਰੈਕਟ ਕਰਦਾ ਜਾਂ ਰਿਪੈਲ ਕਰਦਾ, ਪਤਾ ਲੱਗ ਜਾਂਦਾ ਵੀ ਇੰਨੇ ਫੀਲਡ ਦੇ ਵਿੱਚ ਕੀ ਹੈ ਇਹਦੀ ਪਾਵਰ ਹੈਗੀ ਹੈ ਮੈਗਨੇਟ ਦੀ। ਅਤੇ ਇਹ ਚੀਜ਼ ਨੂੰ ਆਪਾਂ ਕੀ ਕਹਿੰਦੇ ਆ? ਮੈਗਨੈਟਿਕ ਫੀਲਡ ਕਹਿੰਦੇ ਹੈਗੇ ਆ। ਅਗਲਾ ਆ ਜਾਂਦਾ ਹੈ ਕਿ ਮੈਗਨੈਟਿਕ ਡੋਮੇਨਸ। ਪਹਿਲਾਂ ਡਾਇਗਰਾਮ ਦੇਖ ਲਓ, ਇਹਦੇ ਵਿੱਚ ਦੋ ਤੁਹਾਨੂੰ ਪਿਕਚਰਸ ਦਿਖਾਈ ਦੇ ਰਹੀਆਂ ਨੇ। ਇੱਕ 'ਚ ਲਿਖਿਆ ਹੈਗਾ ਆ ਡੋਮੇਨਸ ਬਿਫੋਰ ਮੈਗਨੇਟਾਈਜੇਸ਼ਨ, ਇੱਕ 'ਚ ਲਿਖਿਆ ਆ ਡੋਮੇਨਸ ਆਫਟਰ ਮੈਗਨੇਟਾਈਜੇਸ਼ਨ। ਫਸਟ ਪਿਕਚਰ ਦੇ ਵਿੱਚ ਲਿਖਿਆ ਹੋਇਆ ਹੈ ਕਿ ਡੋਮੇਨਸ ਬਿਫੋਰ ਮੈਗਨੇਟਾਈਜੇਸ਼ਨ। ਇਹਦੇ ਵਿੱਚ ਕੀ ਹੁੰਦਾ ਹੈਗਾ ਕਿ ਤੁਸੀਂ ਹੁਣ ਐਰੋ ਦੇਖਦੇ ਪਏ ਆ, ਕੋਈ ਵੀ ਹੁਣ ਮੈਗਨੇਟ ਆ ਜਾਂ ਕੋਈ ਵੀ ਮੰਨ ਲਓ ਕਿ ਆਇਰਨ ਪਾਰਟੀਕਲ ਆ ਜਾਂ ਕੋਈ ਵੀ ਮਟੀਰੀਅਲ ਹੈਗਾ, ਉਹ ਕੀ ਹੈ ਸਮੋਲ ਮੋਲੀਕਿਊਲਸ ਦਾ ਬਣਿਆ ਹੁੰਦਾ ਹੈਗਾ। ਅਤੇ ਉਹਦੇ ਜਿਹੜੇ ਇਹਦੇ ਮੋਲੀਕਿਊਲਸ ਹੁੰਦੇ ਆ, ਇਹ ਕੀ ਆ ਰੈਂਡਮਲੀ ਪਲੇਸਡ ਹੁੰਦੇ ਆ, ਮਤਲਬ ਕਿ ਇਹਨਾਂ ਦੀ ਡਾਇਰੈਕਸ਼ਨ ਰੈਂਡਮਲੀ ਹੁੰਦੀ। ਜਿੱਦਾਂ ਕਿ ਤੁਸੀਂ ਫਸਟ ਡਾਇਗਰਾਮ ਦੇ ਵਿੱਚ ਦੇਖ ਹੀ ਰਹੇ ਆ ਕਿ ਜਿਹੜੇ ਐਰੋ ਆ ਰੈਂਡਮਲੀ, ਕੋਈ ਉੱਪਰ ਆ, ਕੋਈ ਨੀਚੇ ਆ, ਕੋਈ ਰਾਈਟ ਹੈਂਡ ਸਾਈਡ ਹੈ, ਕੋਈ ਲੈਫਟ ਹੈਂਡ ਸਾਈਡ ਹੈਗਾ ਹੈ। ਜਦੋਂ ਇਹਨੂੰ ਕੀ ਆਪਾਂ ਮੈਗਨੇਟਾਈਜੇਸ਼ਨ ਕਰ ਦਿੰਦੇ ਆ ਜਾਂ ਮੈਗਨੈਟਿਕ ਫੀਲਡ ਦੇ ਵਿੱਚ ਰੱਖ ਦਿੰਦੇ ਆ, ਅਤੇ ਕੀ ਕਰਦੇ ਆ, ਇਹ ਇੱਕੋ ਡਾਇਰੈਕਸ਼ਨ ਦੇ ਵਿੱਚ ਕੀ ਕਰਦੇ, ਅਲਾਈਨਡ ਹੋ ਜਾਂਦੇ ਹੈਗੇ ਆ। ਇਹੀ ਅਲਾਈਨਮੈਂਟ ਨੂੰ ਆਪਾਂ ਕੀ ਕਹਿੰਦੇ, ਅਲਾਈਨਮੈਂਟ ਨੂੰ ਕੀ ਕਹਿੰਦੇ ਆ ਮੈਗਨੇਟਾਈਜੇਸ਼ਨ। ਹੁਣ ਤੁਸੀਂ ਪੜ੍ਹੋ, ਇਹਦੇ ਵਿੱਚ ਆਪਾਂ ਲਿਖਿਆ ਆ ਮੈਗਨੈਟਿਕ ਡੋਮੇਨਸ। ਆਇਰਨ ਐਂਡ ਅਦਰ ferromagnetic substances, though are different, their atomic makeup is such that smaller group of atoms band together into areas called in which the electrons have the same magnetic orientation. Inside each of these domains, the electrons are oriented in the same direction, but the iron is not magnetic because these domains themselves are not aligned. If you put that piece of iron within a magnetic field, though the domain all begin to point in the same direction, the result a magnet.
A permanent magnet is nothing more than such an object in which an domains are aligned in the same direction। मतलब ਇਹਦੇ 'ਚ ਇਹ ਕਿਹਾ ਗਿਆ ਹੈ, ਅਗਰ ਜਿਹੜੇ ਦੋ ਪਿਕਚਰ ਦੇ ਰਹੇ ਅਗਰ ਉੱਪਰਲੀ ਪਿਕਚਰਸ ਵਾਂਗੂ ਹੋਊਗਾ ਅਤੇ ਉਹ ਕੀ ਹੈ, ਕੋਈ ਵੀ ਸਿੰਪਲ ਇੱਕ ਆਇਰਨ ਦਾ ਪੀਸ ਜਾਂ ਕੋਈ ਫੈਰੋਮੈਗਨੈਟਿਕ ਮਟੀਰੀਅਲ ਵਰਗਾ ਹੀ ਹੋਊਗਾ। ਅਗਰ ਆਪਾਂ ਨੀਚਲਾ ਪੀਸ ਦੇਖਦੇ ਹੈਗੇ ਆ, ਇਹਨੂੰ ਆਪਾਂ ਪਰਮਾਨੈਂਟ ਮੈਗਨੇਟ ਕਹਿੰਦੇ ਆ। ਕਹਿੰਦਾ ਕਿ ਪਰਮਾਨੈਂਟ ਮੈਗਨੇਟ ਬਸ ਕੁਛ ਨਹੀਂ ਹੈਗਾ, ਸਿਰਫ ਇਹੀ ਚੀਜ਼ ਆ ਜਿਹਦੇ ਕੀ ਆ ਇਹ ਅਲਾਈਨਮੈਂਟ ਹੋਈ ਪਈ, ਡੋਮੇਨਸ ਦੀ ਅਲਾਈਨਮੈਂਟ ਹੋਈ ਪਈ ਹੈ, ਉਹਨੂੰ ਹੀ ਆਪਾਂ ਕੀ ਕਹਿੰਦੇ ਆ, ਪਰਮਾਨੈਂਟ ਮੈਗਨੇਟ ਕਹਿੰਦੇ ਆ। ਹੁਣ ਆ ਜਾਂਦਾ ਹੈ ਟਾਈਪਸ ਆਫ ਮੈਗਨੇਟਸ। ਹੁਣ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਮੈਗਨੇਟ ਦੱਸੇ ਗਏ ਆ। ਇੱਕ ਹੈਗਾ ਪਰਮਾਨੈਂਟ ਮੈਗਨੇਟ, ਦੂਸਰਾ ਕਿਹੜਾ ਹੈਗਾ ਟੈਂਪਰੇਰੀ ਮੈਗਨੇਟ, ਤੀਸਰਾ ਕਿਹੜਾ ਹੈਗਾ ਇਲੈਕਟ੍ਰੋਮੈਗਨੇਟ। ਹੁਣ ਪਰਮਾਨੈਂਟ ਮੈਗਨੇਟਸ ਕੀ ਹੁੰਦੇ ਆ, ਕੀ ਕਹਿੰਦਾ ਆ, ਪਰਮਾਨੈਂਟ ਮੈਗਨੇਟਸ ਆਰ ਦਾ ਮੈਗਨੇਟਸ ਦੈਟ retain their magnetism once magnetized। Ferromagnetic materials which include iron, nickel, cobalt, some alloys of rare earth metals, and some naturally occurring minerals such as lodestone। ਹੁਣ ਇਹਦੇ ਵਿੱਚ ਦੱਸਿਆ ਗਿਆ ਕਿ ਪਰਮਾਨੈਂਟ ਮੈਗਨੇਟ ਕਿਹੜੇ ਹੁੰਦੇ ਆ, ਕਿ ਜਿਹੜੇ ਮੈਗਨੇਟ ਫੈਰੋਮੈਗਨੈਟਿਕ ਮਟੀਰੀਅਲ ਹੁੰਦੇ ਇਹਨਾਂ ਵਿੱਚ ਕਿਹੜੇ ਆ ਜਾਂਦੇ ਆ, ਆਇਰਨ ਆ ਜਾਂਦਾ ਹੈ, ਨਿਕਲ ਆ ਜਾਂਦਾ, ਕੋਬਾਲਟ ਆ ਜਾਂਦਾ ਹੈ, ਜਾਂ ਰੇਅਰ ਅਰਥ ਮੈਟਲ ਜਿਹੜੇ ਅਰਥ ਵਿੱਚ ਬਹੁਤ ਘੱਟ ਰੇਅਰ ਮੈਟਲ ਪਾਏ ਜਾਂਦੇ ਆ, ਉਹ ਕਿਹੜੇ ਹੁੰਦੇ ਆ, ਪਰਮਾਨੈਂਟ ਮੈਗਨੇਟ ਹੁੰਦੇ। ਟੈਂਪਰੇਰੀ ਮੈਗਨੇਟ ਕਿਹੜੇ ਹੁੰਦੇ ਆ, ਟੈਂਪਰੇਰੀ ਮੈਗਨੇਟਸ ਆਰ ਮਟੀਰੀਅਲਸ magnets that perform like permanent magnets when in the presence of a magnetic field but lose magnetism when not in a magnetic field। example electromagnets। ਹੁਣ ਕੀ ਹੈ, ਕਹਿੰਦਾ ਕਿ ਟੈਂਪਰੇਰੀ ਮੈਗਨੇਟਸ ਉਹ ਹੁੰਦੇ ਆ ਜਿਹੜੇ ਕਿ ਮੈਗਨੈਟਿਕ ਫੀਲਡ ਦੇ ਵਿੱਚ ਅਗਰ ਆਪਾਂ ਰੱਖੀਏ ਅਤੇ ਉਹਦੇ ਵਿੱਚ ਕੀ ਆ ਪ੍ਰੋਪਰਟੀਜ਼ ਆ ਜਾਂਦੀ ਹੈਗੀਆਂ ਪਰਮਾਨੈਂਟ ਮੈਗਨੇਟਸ ਦੀਆਂ। ਅਤੇ ਜਦ ਵੀ ਆਪਾਂ ਉਹਨੂੰ ਕੀ ਆ ਮੈਗਨੈਟਿਕ ਫੀਲਡ ਤੋਂ ਜਾਂ ਉਹਦਾ ਮੈਗਨੇਟਿਜ਼ਮ ਆਪਾਂ ਲੂਜ਼ ਕਰ ਦੇਵਾਂਗੇ ਅਤੇ ਉਹਦੇ ਵਿੱਚ ਕੀ ਆ ਉਹ ਕੀ ਕਰ ਦੂੰਗਾ, ਲੂਜ਼ ਕਰ ਦੂੰਗਾ। ਠੀਕ ਹੈ, ਇਹਦੀ ਐਗਜ਼ਾਮਪਲ ਕੀ ਹੈਗੀ, ਇਲੈਕਟ੍ਰੋਮੈਗਨੇਟ। ਹੁਣ ਇਲੈਕਟ੍ਰੋਮੈਗਨੇਟਸ ਕੀ ਹੁੰਦੇ ਆ, electromagnets are long coils of a wire that function as magnets when electric current is passed through by adjusting the strength and direction of current. The direction of the magnet is also altered. Often the coil is wrapped around a core of a soft ferromagnetic material such as steel। ਹੁਣ ਇਹਦੇ ਵਿੱਚ ਦੱਸਿਆ ਗਿਆ ਹੈਗਾ ਆ ਕਿ ਇਲੈਕਟ੍ਰੋਮੈਗਨੇਟਸ ਕਿਹੜੇ ਹੁੰਦੇ ਆ। ਇਲੈਕਟ੍ਰੋਮੈਗਨੇਟਸ ਉਹ ਹੁੰਦੇ ਆ ਜਿਨ੍ਹਾਂ ਦੇ ਉੱਪਰ ਕੀ ਹੈ, ਕੋਇਲ ਲਪੇਟੀ ਜਾਂਦੀ ਹੈ। ਉਹ ਕੋਇਲ ਲਪੇਟ ਕੇ ਉਹਨਾਂ ਨੂੰ ਕੀ ਆ ਬਾਹਰੋਂ ਕੀ ਆ ਇਲੈਕਟ੍ਰਿਕ ਕਰੰਟ ਆਪਾਂ ਕੀ ਆ ਪਾਸ ਕਰਾਉਣਾ। ਜਦੋਂ ਆਪਾਂ ਇਹਨਾਂ ਦੀ ਸਟਰੈਂਥ ਅਤੇ ਡਾਇਰੈਕਸ਼ਨ ਆਫ ਕਰੰਟ ਕੀ ਆ ਥੋੜ੍ਹੀ ਅਲਟਰ ਕਰੀਏ ਅਤੇ ਕੀ ਕਰਦੇ ਆ, ਜਿਹੜਾ ਕੋਰ ਹੋਊਗੀ ਮਤਲਬ ਜਿਹਦੇ ਉੱਪਰ ਵਾਇਰ ਲਪੇਟੀ ਹੋਊਗੀ ਉਹ ਕੀ ਕਰ ਜਾਊਗੀ, ਸੋਫਟ ਫੈਰੋਮੈਗਨੈਟਿਕ ਮਟੀਰੀਅਲ ਬਣ ਜਾਊਗੀ, ਜਿੱਦਾਂ ਕਿ ਸਟੀਲ। ਨੋਟ ਕਰ ਲਓ ਡੈਫੀਨੇਸ਼ਨ ਸਾਰੀਆਂ ਇਹ। ਅੱਗੇ ਆ ਜਾਂਦਾ ਆ ਪ੍ਰੋਪਰਟੀਜ਼ ਆਫ ਮੈਗਨੇਟਸ। ਫਸਟ ਪੁਆਇੰਟ, ਮੈਗਨੇਟਸ ਅਟਰੈਕਟਸ ਆਬਜੈਕਟ ਆਫ ਆਇਰਨ, ਕੋਬਾਲਟ ਐਂਡ ਨਿਕਲ। ਮੈਗਨੇਟ ਮਤਲਬ ਕਿ ਉਹ ਚੀਜ਼ਾਂ ਅਟਰੈਕਟ ਕਰਦਾ ਆ ਜਿੱਦਾਂ ਕਿ ਆਇਰਨ ਮਤਲਬ ਲੋਹਾ, ਕੋਬਾਲਟ ਐਂਡ ਨਿਕਲ। ਇਹ ਵੀ ਇੱਕ ਕੀ ਆ ਮਟੀਰੀਅਲਸ ਹੁੰਦੇ ਆ ਜਿਹੜੇ ਕੀ ਆ ਮੈਗਨੇਟ ਦੁਆਰਾ ਅਟਰੈਕਟ ਕੀਤੇ ਜਾਂਦੇ ਆ।
दूसरा पॉइंट आ जाता द फोर्स ऑफ अट्रैक्शन ऑफ ए मैगनेट इज़ ग्रेटर एट इट्स पोल्स दैन इन द मिडल। मतलब कि ਜਿਹੜੀ ਫੋਰਸ ਆਫ ਅਟਰੈਕਸ਼ਨ ਹੁੰਦੀ ਆ ਉਹ ਕੀ ਆ, ਜਿਹੜੇ ਸਾਈਡਾਂ ਦੇ ਕੀ ਆ ਦੋ ਪੋਲਸ ਹੁੰਦੇ ਆ ਉਹਦੇ ਉੱਤੇ ਕੀ ਆ ਜ਼ਿਆਦਾ ਹੁੰਦੀ ਆ ਐਜ਼ ਕੰਪੈਰੀਜ਼ਨ ਟੂ ਮਿਡਲ ਪੁਆਇੰਟ। ਜਿੱਦਾਂ ਕਿ ਦੋ ਪੋਲਸ ਹੁੰਦੇ ਇਹਦੇ ਵਿੱਚ, ਇੱਕ ਹੁੰਦਾ ਨੌਰਥ ਪੋਲ, ਇੱਕ ਹੁੰਦਾ ਸਾਊਥ ਪੋਲ। ਲੇਕਿਨ ਜਿਹੜੀ ਅਟਰੈਕਸ਼ਨ ਹੁੰਦੀ ਹੈ ਨੌਰਥ ਅਤੇ ਸਾਊਥ ਪੋਲ ਵਿੱਚ ਜ਼ਿਆਦਾ ਹੁੰਦੀ ਆ ਜੇ ਕੰਪੈਰੀਜ਼ਨ ਕਰੀਏ। ਅਤੇ ਅਗਰ ਜਿਹੜਾ ਪਾਰਟ ਆ ਮੈਗਨੇਟ ਦੇ ਮਿਡਲ ਦੇ ਵਿੱਚ ਇੰਨੀ ਜ਼ਿਆਦਾ ਅਟਰੈਕਸ਼ਨ ਫੋਰਸ ਨਹੀਂ ਹੁੰਦੀ ਹੈਗੀ। ਥਰਡ ਆ ਗਿਆ ਸਾਡਾ ਜੀ ਲਾਈਕ ਪੋਲਸ ਆਫ ਟੂ ਮੈਗਨੇਟਸ ਰਿਪੈਲ ਈਚ ਅਦਰ। ਇਹ ਪ੍ਰੋਪਰਟੀ ਦਾ ਮਤਲਬ ਇਹ ਆ ਕਿ ਅਗਰ ਕੋਈ ਦੋ ਪੋਲਸ ਹੈਗੇ ਆ, ਜਿੱਦਾਂ ਕਿ ਨੌਰਥ ਪੋਲ ਹੈਗੇ ਜਾਂ ਦੋਨੇ ਸਾਊਥ ਪੋਲ ਹੈਗੇ ਆ, ਅਗਰ ਆਪਾਂ ਕੋਈ ਦੋ ਮੈਗਨੇਟ ਲੈ ਲਈਏ, ਅਗਰ ਦੋਨਾਂ ਦੇ ਨੌਰਥ ਜਾਂ ਦੋਨਾਂ ਦੇ ਸਾਊਥ ਨੂੰ ਆਪਸ 'ਚ ਆਪਾਂ ਜੋੜਨ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਆਪਸ 'ਚ ਨਹੀਂ ਜੁੜਨਗੇ, ਕਿਉਂਕਿ ਉਹ ਕੀ ਕਰੋਗੇ, ਰਿਪੈਲ ਕਰੋਗੇ। ਇਸ ਕਰਕੇ ਤੀਜੀ ਪ੍ਰੋਪਰਟੀ ਕੀ ਆ ਜਾਂਦੀ ਹੈ, ਲਾਈਕ ਪੋਲਸ ਆਫ ਟੂ ਮੈਗਨੇਟਸ ਰਿਪੈਲ ਈਚ ਅਦਰ। ਚੌਥਾ ਪੁਆਇੰਟ ਤੁਹਾਡੇ ਸਾਹਮਣੇ ਲਿਖਿਆ ਹੋਇਆ ਆ, ਓਪੋਜ਼ਿਟ ਪੋਲਸ ਆਫ ਟੂ ਮੈਗਨੇਟਸ ਅਟਰੈਕਟ ਈਚ ਅਦਰ। ਮਤਲਬ ਕਿ ਕਹਿਣ ਦਾ ਹੈਗਾ ਆ ਕਿ ਜਿਹੜੇ ਓਪੋਜ਼ਿਟ ਪੋਲਸ ਹੁੰਦੇ ਆ, ਜਿੱਦਾਂ ਕਿ ਨੌਰਥ ਪੋਲ ਸਾਊਥ ਪੋਲ, ਦੋ ਮੈਗਨੇਟ ਲੈ ਲਿਆ, ਇੱਕ ਦਾ ਨੌਰਥ ਪੋਲ ਲੈ ਲਿਆ, ਇੱਕ ਦਾ ਸਾਊਥ ਪੋਲ ਲੈ ਲਿਆ। ਇੱਦਾਂ ਹੀ ਦੂਜੇ ਮੈਗਨੇਟ ਲੈ ਲਿਆ, ਉਹਦਾ ਇੱਕ ਸਾਊਥ ਪੋਲ ਲੈ ਲਿਆ, ਇੱਕ ਨੌਰਥ ਪੋਲ ਲੈ ਕੇ ਆਪਸ 'ਚ ਕੀ ਕਰੋਗੇ, ਅਟਰੈਕਟ ਕਰੋਗੇ। ਮਤਲਬ ਕਿ ਦੋਨੇ ਆਪਸ 'ਚ ਕੀ ਕਰੋਗੇ, ਜੁੜ ਜਾਓਗੇ। ਪੰਜਵਾਂ ਪੁਆਇੰਟ ਕੀ ਹੈ ਜੀ, ਇਫ ਏ ਬਾਰ ਮੈਗਨੇਟ ਇਜ਼ ਸਸਪੈਂਡਡ ਬਾਏ ਥ੍ਰੈਡ ਐਂਡ ਇਫ ਇਟ ਇਜ਼ ਫ੍ਰੀ ਟੂ ਰੋਟੇਟ ਇਟ ਸਾਊਥ ਪੋਲ ਵਿਲ its south pole will move towards the north pole of the earth and vice versa। ਇਹਦੇ ਵਿੱਚ ਲਿਖਿਆ ਗਿਆ ਆ, ਅਗਰ ਕਿ ਆਪਾਂ ਇੱਕ ਮੈਗਨੇਟ ਲੈ ਲਈਏ, ਬਾਹਰ ਮੈਗਨੇਟ ਮਤਲਬ ਹੁੰਦਾ ਕਿ ਇੱਕ ਚੋਰਸ ਦੀ ਰੋਡ ਦੀ ਸ਼ੇਪ ਦੇ ਵਿੱਚ ਆਪਾਂ ਛੋਟਾ ਜਿਹਾ ਸਮਾਲ ਪੀਸ ਮੈਗਨੇਟ ਦਾ ਲੈ ਲਈਏ, ਉਹਨੂੰ ਆਪਾਂ ਇੱਕ ਧਾਗੇ ਨਾਲ ਬੰਨ੍ਹ ਦੇਈਏ ਅਤੇ ਉਹਨੂੰ ਧਾਗੇ ਨੂੰ ਆਪਾਂ ਕੀ ਆ ਇੱਕ ਥੋੜ੍ਹੀ ਜਿਹੀ ਹਾਈਟ 'ਤੇ ਛੱਡ ਦੇਈਏ, ਰੋਟੇਟ ਕਰ ਦਈਏ, ਉਹਨੂੰ ਮੂਵ ਕਰਨ ਲਈ ਆਪਣੇ ਆਪ ਫਰੀਲੀ ਰੋਟੇਟ ਕਰੇ। ਅਤੇ ਉਹ ਜਦੋਂ ਮੈਗਨੇਟ ਇੱਕ ਜਗ੍ਹਾ ਤੱਕ ਰੁਕੂਗਾ, ਉਹ ਕਿਹੜੀ ਜਗ੍ਹਾ ਹੋਊਗੀ, ਜਿਹੜਾ ਸਾਊਥ ਪੋਲ ਹੋਊਗਾ ਉਹ ਕੀ ਕਰੂੰਗਾ, ਧਰਤੀ ਦੇ ਨੌਰਥ ਪੋਲ ਦੇ ਕੀ ਕਰੂੰਗਾ, ਟੂਵਰਡਸ ਅਟਰੈਕਟ ਕਰੂੰਗਾ। ਅਤੇ ਵਾਈਸ ਵਰਸਾ ਮਤਲਬ ਹੁੰਦਾ ਕਿ ਅਗਰ ਨੌਰਥ ਪੋਲ ਹੋਇਆ ਤਾਂ ਕੀ ਕਰੂੰਗਾ, ਧਰਤੀ ਦੇ ਸਾਊਥ ਪੋਲ ਵੱਲ ਅਟਰੈਕਟ ਕਰੂੰਗਾ। ਇਹ ਹੋ ਗਈਆਂ ਤੁਹਾਡੀਆਂ ਜੀ ਪ੍ਰੋਪਰਟੀਜ਼ ਆਫ ਮੈਗਨੇਟਸ। ਇਹਨੂੰ ਚੰਗੀ ਤਰ੍ਹਾਂ ਤੁਸੀਂ ਨੋਟ ਕਰ ਲਓ। ਨੈਕਸਟ ਟੋਪਿਕ ਆ ਜਾਂਦਾ ਹੈਗਾ ਮੈਗਨੈਟਿਕ ਡਾਈਪੋਲਸ। ਜਿੱਦਾਂ ਕਿ ਤੁਸੀਂ ਆਹ ਦੇਖ ਲਓ, ਇਹਨੂੰ ਆਪਾਂ ਕਹਿੰਦੇ ਆ ਬਾਰ ਕਹਿੰਦੇ ਆ। ਇੱਥੇ ਇੱਕ ਦੇ ਪਾਸੇ ਐਨ ਲਿਖਿਆ, ਇੱਕ ਦੇ ਪਾਸੇ ਐਸ ਲਿਖਿਆ, ਮਤਲਬ ਕਿ ਇਹ ਕੀ ਹੈਗਾ, ਨੌਰਥ ਪੋਲ ਅਤੇ ਸਾਊਥ ਪੋਲ ਆਉਂਦਾ। ਇਹਨੂੰ ਆਪਾਂ ਕੀ ਛੋਟੇ ਛੋਟੇ ਕੱਟ ਦੇ ਪੀਸ ਦੇ ਵਿੱਚ ਵੀ ਕੱਟ ਸਕਦੇ ਹੈਗੇ ਆ। ਦੇਖ ਲਓ, ਇਹਦਾ ਚੰਗੀ ਤਰ੍ਹਾਂ ਨੋਟ ਕਰ ਲਓ। ਹੁਣ ਮੈਗਨੈਟਿਕ ਡਾਈਪੋਲਸ ਕੀ ਆਉਂਦਾ, ਡਾਈਪੋਲਸ ਦਾ ਮਤਲਬ ਹੁੰਦਾ ਕਿ ਦੋ ਪੋਲਸ। ਐਵਰੀ ਮੈਗਨੇਟ ਇਜ਼ ਏ ਮੈਗਨੈਟਿਕ ਡਾਈਪੋਲ, ਮਤਲਬ ਹਰ ਮੈਗਨੇਟ ਦੇ ਕੀ ਆ, ਦੋ ਪੋਲ ਹੁੰਦੇ ਹੈਗੇ। ਅਗਲੇ ਵਿੱਚ ਪੁਆਇੰਟ 'ਚ ਕੀ ਕਹਿੰਦਾ, ਇਫ ਏ ਮੈਗਨੈਟਿਕ ਪੀਸ ਆਫ ਏ ਸਟੀਲ ਰੋਡ ਇਜ਼ ਕੱਟ ਇਨਟੂ ਸਮਾਲਰ ਪੀਸਿਸ ਈਚ ਪੀਸ ਇਜ਼ ਏ
ਮੈਗਨੇਟ ਵਿਦ ਦੇ ਨੌਰਥ ਔਰ ਸਾਊਥ ਪੋਲ। ਮਤਲਬ ਕਿ ਆਹ ਦੱਸਿਆ ਜਿੱਦਾਂ ਫੋਟੋ 'ਚ ਤੁਸੀਂ ਦੇਖਦੇ ਪਏ ਹੈਗੇ ਆ, ਆਪਣਾ ਇੱਕ ਮੈਗਨੇਟ ਸੀ, ਲਾਰਜ ਪੀਸ ਸੀਗਾ ਇਹਨੂੰ ਆਪਾਂ ਕੀ ਆ ਸਮੋਲਰ ਪੀਸ ਦੇ ਵਿੱਚ ਵੀ ਕੱਟਾਂਗੇ ਅਤੇ ਇਹਨਾਂ ਨੇ ਆਪਣੇ ਆਪਣੇ ਕੀ ਆ ਇੱਕ ਨੌਰਥ ਅਤੇ ਇੱਕ ਸਾਊਥ ਪੋਲ ਬਣਾ ਲੈਣਾ ਇਹਨਾਂ ਨੇ। ਅਗਲਾ ਕੀ ਕਹਿੰਦਾ, ਦੇਅਰ ਫੋਰ ਏ ਮੈਗਨੇਟ ਕੈਨ ਸੈਟ ਟੂ ਬੀ ਮੇਡ ਆਫ ਲੋਡਸ ਆਫ ਟਾਈਨੀ ਮੈਗਨੇਟਸ all lined up with their north poles pointing in the same direction. At the ends, the free poles of tiny magnets repel each other and fan out, so the poles of magnets are around the end. ਮੈਗਨੈਟਿਕ ਮੋਨੋਪੋਲਸ ਡਸ ਨਾਟ ਐਗਜ਼ਿਸਟ। ਮਤਲਬ ਕਿ ਜਿਹੜੇ ਮੈਗਨੈਟਿਕ ਦੇ ਮੋਨੋਪੋਲ ਮਤਲਬ ਕਿ ਇੱਕ ਪੋਲ ਤਾਂ ਹੁੰਦਾ ਨਹੀਂ, ਦੋਨਾਂ ਦੇ ਦੋ ਹੀ ਪੋਲ ਹੁੰਦੇ, ਇਸ ਕਰਕੇ ਉਹ ਐਗਜ਼ਿਸਟ ਨਹੀਂ ਕਰਦੇ ਪਏ। ਆਹ ਦੇਖੋ ਤੁਸੀਂ ਆਹ ਡਾਇਗਰਾਮ ਦੇਖਦੇ ਪਏ ਹੈਗੇ ਆ, ਇਹਦੇ ਵਿੱਚ ਕੀ ਆ, ਇੱਕ ਪਾਸੇ ਸਾਊਥ ਪੋਲ ਦਿੱਤਾ, ਇੱਕ ਪਾਸੇ ਕੀ ਦਿੱਤਾ ਹੈਗਾ, ਨੌਰਥ ਪੋਲ ਦਿੱਤਾ ਹੈਗਾ। ਅਤੇ ਜਿਹੜੀ ਆਪਣੀ ਮੈਗਨੈਟਿਕ ਲਾਈਨਸ ਕਿੱਥੋਂ ਕਰਦੀ, ਸਾਊਥ ਤੋਂ ਨਿਕਲ ਨੌਰਥ ਦੇ ਵਿੱਚ ਕੀ ਕਰਦੀ ਹੈ, ਰੋਟੇਟ ਕਰਦੀ ਪਈ ਹੈਗੀ, ਨਿਕਲਦੀ ਪਈ ਹੈਗੀ। ਚੰਗੀ ਤਰ੍ਹਾਂ ਨੋਟ ਕਰ ਲਓ, ਤੁਹਾਨੂੰ ਇੱਕ ਵਾਰੀ ਚੰਗੀ ਤਰ੍ਹਾਂ ਮੈਂ ਸਕਰੀਨ ਸ਼ੇਅਰ ਕਰ ਲੈਂਦਾ ਤੁਹਾਡੇ ਨਾਲ। ਲਓ ਜੀ, ਚੰਗੀ ਤਰ੍ਹਾਂ ਨੋਟ ਕਰ ਲਓ ਜੀ। ਮੈਗਨੈਟਿਕ ਡਾਈਪੋਲਸ, ਇਹ ਜਿਹੜਾ ਅੱਜ ਦਾ ਆਪਾਂ ਕਰਦੇ ਪਏ ਹੈਗੇ ਆ, ਇਹ ਤੁਹਾਡੇ ਡਿਪਲੋਮਾ ਲੈਵਲ ਦੇ ਵਿੱਚ ਵੀ ਇੰਪੋਰਟੈਂਟ ਹੈਗਾ ਆ, ਅਤੇ ਆਪਣਾ ਡਿਗਰੀ ਲੈਵਲ ਦੇ ਕੁਐਸਚਨ ਦੇ ਆਨਸਰ ਦੇ ਵਿੱਚ ਵੀ ਇਹ ਤੁਹਾਨੂੰ ਚੈਪਟਰ ਆਊਗਾ, ਅਤੇ ਇਹਦਾ ਨਾਮ ਹੋਊਗਾ ਮੈਗਨੇਟਸ ਐਂਡ ਮੈਗਨੇਟਿਜ਼ਮਸ ਔਰ ਲਾਅ ਆਫ ਮੈਗਨੇਟਿਜ਼ਮਸ। ਨੈਕਸਟ ਆਪਾਂ ਦੇਖਦੇ ਹਾਂ ਜੀ ਮੈਗਨੈਟਿਕ ਫੀਲਡ। ਹੁਣ ਮੈਗਨੈਟਿਕ ਫੀਲਡ ਦਾ ਮਤਲਬ ਕੀ ਹੈ, ਹੁਣ ਜਿੱਦਾਂ ਕਿ ਵਰਡ ਲਿਖਿਆ ਹੋਇਆ ਮੈਗਨੈਟਿਕ ਫੀਲਡ, ਮੈਗਨੈਟ ਦਾ ਮਤਲਬ ਤਾਂ ਉਹੀ, ਮੈਗਨੈਟਿਕ ਦਾ ਮਤਲਬ ਉਹੀ ਹੋ ਗਿਆ, ਮੈਗਨੈਟ ਫੀਲਡ ਦਾ ਮਤਲਬ ਹੁੰਦਾ ਕੋਈ ਏਰੀਆ। ਜਿੱਦਾਂ ਕਿ ਇਹਦੇ ਵਿੱਚ ਦੱਸਿਆ ਗਿਆ ਆ, ਜਿੱਦਾਂ ਦੋ ਮੈਗਨੇਟ ਦਿੱਤੇ ਹੋਏ ਆ, ਇਹਨਾਂ ਦੇ ਆਲੇ ਦੁਆਲੇ ਜਿਹੜਾ ਏਰੀਆ ਹੈ ਇਹਨੂੰ ਆਪਾਂ ਕੀ ਕਹਿ ਦਿੱਤਾ ਹੈਗਾ, ਜਿਹੜਾ ਲਾਈਨਸ ਨਾਲ ਸ਼ੋਅ ਕੀਤਾ ਹੋਇਆ ਮੈਗਨੈਟਿਕ ਫੀਲਡ ਕਹਿ ਦਿੱਤਾ ਹੈਗਾ ਇਹਨੂੰ। ਹੁਣ ਇਹਦੇ ਵਿੱਚ ਕੀ ਦੱਸਦੇ, ਮੈਗਨੈਟਿਕ ਫੀਲਡ ਇਜ਼ ਏਰੀਆ ਅਰਾਊਂਡ ਏ ਪਰਮਾਨੈਂਟ ਮੈਗਨੇਟ or a wire carrying a current in which a force is experienced, also called magnetic flux density. ਮੈਗਨੈਟਿਕ ਫਲਕਸ ਡੈਂਸਿਟੀ ਉਹ ਹੁੰਦੀ ਵੀ ਇਹਦੀ ਡੈਂਸਿਟੀ ਕਿੰਨੀ ਹੈਗੀ ਆ, ਜਿਹੜਾ ਏਰੀਆ ਹੈਗਾ ਆ ਮੈਗਨੇਟ ਦੇ ਆਲੇ ਦੁਆਲੇ ਇਹਨਾਂ ਦੇ ਕੀ ਆ ਡੈਂਸਿਟੀ ਕਿੰਨੀ ਹੈਗੀ, ਉਹਨੂੰ ਆਪਾਂ ਕੀ ਕਹਿੰਦੇ ਆ, ਮੈਗਨੈਟਿਕ ਫਲਕਸ ਡੈਂਸਿਟੀ। ਮੈਗਨੈਟਿਕ ਫਲਕਸ ਡੈਂਸਿਟੀ ਦੀ ਯੂਨਿਟਸ ਕੀ ਹੁੰਦੀ ਹੈ, ਵੈਬਰ ਪਰ ਮੀਟਰ ਸਕੁਏਅਰ ਜਾਂ ਟੈਸਲਾ। ਇਹ ਯੂਨਿਟਸ ਬਹੁਤ ਜ਼ਿਆਦਾ ਜ਼ਰੂਰੀ ਹੈ ਯਾਦ ਕਰਨੀਆਂ ਕਿ ਮੈਗਨੈਟਿਕ ਫਲਕਸ ਡੈਂਸਿਟੀ ਯੂਨਿਟ ਕੀ ਹੈ, ਵੈਬਰ ਪਰ ਮੀਟਰ ਸਕੁਏਅਰ ਔਰ ਟੈਸਲਾ। ਇਹ ਸਾਨੂੰ ਆਪਣਾ ਇਹ ਫਿਲਿੰਗ ਇਨ ਦੀ ਬਲੈਂਕਸ ਦੇ ਵਿੱਚ ਇੱਕ ਨੰਬਰ ਦੀ ਬਲੈਂਕਸ ਵੀ ਆਉਂਦੀ ਹੁੰਦੀ ਹੈ ਕਿ ਵਟ ਇਜ਼ ਦਾ ਯੂਨਿਟ ਆਫ ਮੈਗਨੈਟਿਕ ਫਲਕਸ ਡੈਂਸਿਟੀ ਇਜ਼ ਡੈਸ਼। ਇਹਦਾ ਆਨਸਰ ਹੁੰਦਾ ਆ ਵੈਬਰ ਪਰ ਮੀਟਰ ਸਕੁਏਅਰ। The direction of ਅਗਲਾ ਪੁਆਇੰਟ ਆਉਂਦਾ, the direction of the field at any point should be direction of the force on a north pole. The direction is shown by arrows. These points away from north pole towards south pole. ਕੀ ਡਾਇਰੈਕਸ਼ਨ ਆਪਾਂ ਦੇਖੋ ਐਰੋਜ਼ ਨਾਲ ਸ਼ੋਅ ਕੀਤੀ ਹੋਈ ਆ। ਲਾਈਨਸ ਆਫ ਫੋਰਸ ਕਿੱਥੇ ਜਾਂਦੀ ਹੈਗੀ ਹੈ, ਸਾਊਥ ਤੋਂ ਨਿਕਲ ਕੇ ਨੌਰਥ ਵਿੱਚ ਜਾਂਦੀ ਹੈ, ਸਾਊਥ ਤੋਂ ਨਿਕਲ ਕੇ ਕੀ ਹੈ ਨੌਰਥ ਵਿੱਚ ਰੋਟੇਟ ਕਰਦੀਆਂ ਪਈਆਂ ਹੈਗੀਆਂ, ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਆ। ਇਹਦੇ ਵਿੱਚ ਲਿਖਿਆ ਜਿੱਦਾਂ ਹੁਣ ਉੱਧਰ ਅਨਲਾਈਕ ਪੋਲ ਸੀ, ਇਹਦੇ ਵਿੱਚ ਕੀ ਹੈ ਆਪਸ 'ਚ ਮੈਗਨੇਟ ਕੀ ਕਰਦੇ, ਅਟਰੈਕਟ ਕਰਦੇ ਹੈਗੇ। ਉੱਪਰਲੀ ਪਿਕਚਰ ਦੇ ਵਿੱਚ ਦੇਖਦੇ ਪਏ ਹੈਗੇ ਆ, ਅਤੇ ਨੀਚੇ ਦੇ ਵਿੱਚ ਲਿਖਿਆ ਟੂ ਲਾਈਕ ਪੋਲਸ, ਦੋਨੇ ਮੈਗਨੇਟ ਕੀ ਆਪਸ 'ਚ ਦੂਰ ਜਾਊਂਗੇ। ਉੱਪਰਲੇ ਕੇਸ ਦੇ ਵਿੱਚ ਦੋਨੇ ਮੈਗਨੇਟਸ ਕੀ ਆਪਸ ਦੇ ਵਿੱਚ ਜੁੜਨਗੇ। ਜਿਹੜਾ ਇੱਕ ਚੀਜ਼ ਸਿੰਬਲ ਦੇਖਦੇ ਪਏ ਹੈਗੇ ਆ, ਉਹ ਸ਼ੇਪ ਦੇ ਵਿੱਚ ਇੱਕ ਆਪਾਂ ਲਾਈਨ ਮਾਰੀ ਹੈਗੀ, ਉਹਨੂੰ ਆਪਾਂ ਫਾਈ ਕਹਿੰਦੇ ਹੈਗਾ। ਇਹ ਸਿੰਬਲ ਹੈਗਾ ਆ ਫਲਕਸ ਦਾ, ਮੈਗਨੈਟਿਕ ਫਲਕਸ ਦਾ। ਲੈਕਚਰ ਦੇ ਹੁਣ ਆ ਜਾਂਦਾ ਹੈ ਕਿ ਮੈਗਨੈਟਿਕ ਫਲਕਸ ਕੀ ਹੁੰਦੀ ਹੈਗੀ ਹੈ।
Magnetic flux can be defined as measure of magnetic field in a certain medium. In simple terms, if the magnetic field had to pass through a certain medium, it will travel as flux lines. Flux lines are imaginary but continuous lines traveling from north pole of a magnet to south pole. ਯੂਨਿਟਸ ਇਹਦੀ ਕੀ ਹੁੰਦੀ ਹੈ, ਫਲਕਸ ਦੀ ਵੈਬਰ ਹੁੰਦੀ ਹੈ। ਹੁਣ ਇਹਦੇ ਵਿੱਚ ਕੁਐਸਚਨ ਆ ਜਾਂਦਾ ਹੈ ਕਿ ਮੈਗਨੈਟਿਕ ਫਲਕਸ ਕੀ ਹੁੰਦੀ ਹੈ। ਮੈਗਨੈਟਿਕ ਫਲਕਸ ਉਹ ਹੁੰਦੀ ਆ ਇੱਕ ਇਮੈਜਨਰੀ ਲਾਈਨ ਹੁੰਦੀ, ਜਿਹੜੀ ਤੁਸੀਂ ਇਹ ਲਾਈਨਾਂ ਦੇਖਦੇ ਪਏ ਹੈਗੇ ਮੈਗਨੈਟ ਦੇ ਵਿੱਚੋਂ ਨਿਕਲਦੀਆਂ ਪਈਆਂ ਹੈਗੀਆਂ, ਇਹ ਹੀ ਮੈਗਨੈਟਿਕ ਫਲਕਸ ਆ। ਇਹ ਕੀ ਹੈ, ਕਿਤੇ ਡਿਪੈਂਡ ਕਰਦੀ ਵੀ ਤੁਹਾਡਾ ਮੈਗਨੈਟ ਕਿੰਨਾ ਸਟਰੋਂਗ ਹੈਗਾ। ਜਿੰਨਾ ਸਟਰੋਂਗ ਮੈਗਨੈਟ ਹੋਊਗਾ ਜਾਂ ਵੱਡਾ ਮੈਗਨੈਟ ਹੋਊਗਾ, ਉਨੀ ਜ਼ਿਆਦਾ ਕੀ ਹੈ ਇਹਦਾ ਏਰੀਆ ਹੋਊਗਾ। ਇਸ ਕਰਕੇ ਇਹਨੂੰ ਆਪਾਂ ਕਿੱਦਾਂ ਡਿਫਾਈਨ ਕਰਦੇ, ਮੇਜਰ ਮੈਗਨੈਟਿਕ ਫੀਲਡ ਸਰਟੇਨ ਮੀਡੀਅਮ। ਸਿੰਪਲ ਟਰਮਸ, ਇਫ ਦ ਮੈਗਨੈਟਿਕ ਫੀਲਡ ਹੈਡ ਟੂ ਪਾਸ ਥਰੂ ਅ ਸਰਟੇਨ ਇਟ ਵਿਲ ਆਲਵੇਜ਼ ਟਰੈਵਲ ਐਜ਼ ਅ ਫਲਕਸ ਲਾਈਨਸ। ਜੇ ਕਹਿੰਦਾ ਜਿਹੜਾ ਫਲਕਸ ਲਾਈਨਸ ਹੁੰਦੀਆਂ ਦਿਖਦੀਆਂ ਨਹੀਂ ਹੈਗੀਆਂ, ਇਹ ਸਿਰਫ ਇਮੈਜਨਰੀ ਆ, ਆਪਾਂ ਇਮੈਜਿਨ ਕਰ ਸਕਦੇ ਹੈਗੇ। ਅਗਲਾ ਟੋਪਿਕ ਆ ਜਾਂਦਾ ਆਪਣਾ ਪਰਮਾਨੈਂਟ ਮੈਗਨੈਟ ਐਂਡ ਇਲੈਕਟ੍ਰੋਮੈਗਨੈਟ। ਪਰਮਾਨੈਂਟ ਮੈਗਨੈਟ ਸਭ ਤੋਂ ਪਹਿਲਾਂ ਪੜ੍ਹਦੇ ਹਾਂ ਆਪਾਂ, ਕਰ ਲੈਂਦਾ ਹੈ। Permanent magnet is an object made from material that is magnetized and creates its own persistent magnetic field. As the name suggests, a permanent magnet is a permanent. This means that it always has a magnetic field and will display a magnetic behavior at all times. ਹੁਣ ਪਰਮਾਨੈਂਟ ਮੈਗਨੈਟ ਕੀ ਹੁੰਦਾ ਹੈ ਕਿ ਪਰਮਾਨੈਂਟ ਮੈਗਨੈਟ ਉਹ ਮੈਗਨੈਟ ਹੁੰਦਾ ਹੈ ਜਿਹੜਾ ਕਿ ਆਲਵੇਜ਼ ਕੀ ਹੈ ਮੈਗਨੇਟਾਈਜ਼ ਰਹਿੰਦਾ ਹੈਗਾ ਅਤੇ ਆਪਣੇ ਆਲੇ ਦੁਆਲੇ ਕੀ ਆ ਮੈਗਨੈਟਿਕ ਫੀਲਡ ਕੀ ਆ ਪਰਸਿਸਟ ਕਰਦਾ ਹੈਗਾ। ਅਤੇ ਇਹ ਜਿੱਦਾਂ ਕਿ ਆਪਾਂ ਨਾਮ ਦਾ ਸੁਜੈਸਟ ਹੈ ਕਿ ਪਰਮਾਨੈਂਟ ਦਾ ਮਤਲਬ ਕੀ ਹੋ ਗਿਆ ਵੀ ਇਹ ਹਰ ਟਾਈਮ ਕੀ ਹੈ ਮੈਗਨੇਟ ਰਹੂਗਾ, ਇਹਦੀ ਪ੍ਰੋਪਰਟੀਜ਼ ਚੇਂਜ ਨਹੀਂ ਹੋਣਗੀਆਂ। ਅਤੇ ਜਿਹੜਾ ਇਹਦਾ ਮੈਗਨੈਟਿਕ ਫੀਲਡ ਆ ਉਹ ਵੀ ਕੀ ਆ ਆਲ ਟਾਈਮਸ ਹੀ ਕੀ ਆ ਤੁਹਾਨੂੰ ਕੀ ਆ ਸ਼ੋਅ ਕਰੂੰਗਾ ਤੁਹਾਨੂੰ ਇਹ। ਅਗਲਾ ਆ ਜਾਂਦਾ ਹੈਗਾ ਜੀ ਐਨ ਇਲੈਕਟ੍ਰੋਮੈਗਨੈਟ। An electromagnet is made from a coil of wire which acts as a magnet. When an electric current passes through it, often an electromagnet is wrapped around a core of ferromagnetic material like steel, which enhances the magnetic field produced by the coil. ਇਲੈਕਟ੍ਰੋਮੈਗਨੈਟ ਕੀ ਹੁੰਦਾ ਜੀ, ਇਲੈਕਟ੍ਰੋਮੈਗਨੈਟ ਉਹ ਹੁੰਦਾ ਆ ਇੱਕ ਕੋਈ ਮਟੀਰੀਅਲ ਲੈ ਲਿਆ, ਉਹਦੇ ਆਲੇ ਦੁਆਲੇ ਉਹਦੇ ਕੀ ਆ ਉੱਪਰ ਕੀ ਆ ਆਪਾਂ ਤਾਰ ਲਪੇਟਤੀ, ਤਾਰ ਲਪੇਟਣ ਤੋਂ ਬਾਅਦ ਆਪਾਂ ਉਹਦੇ ਵਿੱਚ ਕਰੰਟ ਪਾਸ ਕਰਾਂਗੇ। ਕਰੰਟ ਪਾਸ ਕੀਤਾ ਤਾਂ ਜਿਹੜੀ ਮਟੀਰੀਅਲ ਦੇ ਉੱਪਰ ਆਪਾਂ ਤਾਰ ਲਪੇਟੀ ਹੈ, ਅਗਰ ਉਹ ਫੈਰੋਮੈਗਨੈਟਿਕ ਮਟੀਰੀਅਲ ਹੋਇਆ ਕਿ ਜਿੱਦਾਂ ਕਿ ਸਟੀਲ ਹੋ ਗਿਆ ਜਾਂ ਆਇਰਨ ਹੋ ਗਿਆ, ਉਹਦੇ ਵਿੱਚ ਕੀ ਹੈ ਮੈਗਨੈਟਿਕ ਪ੍ਰੋਪਰਟੀਜ਼ ਆ ਜਾਂਦੀਆਂ, ਮਤਲਬ ਕਿ ਟੈਂਪਰੇਰੀ ਮੈਗਨੈਟ ਬਣ ਜਾਂਦਾ ਹੈ। ਤੁਸੀਂ ਡਾਇਗਰਾਮ ਦੇਖ ਸਕਦੇ ਹੈਗੇ ਆ। ਅਗਲਾ ਆ ਜਾਂਦਾ ਜੀ ਪਰਮਾਨੈਂਟ ਮੈਗਨੈਟ ਵਰਸਿਸ ਇਲੈਕਟ੍ਰੋਮੈਗਨੈਟ properties. Permanent magnet has a persistent magnetic field and magnet only displays magnetic properties when an electric current is applied to it. Magnetic strength. Permanent magnetic strength depends upon the materials used in its creation. The strength of an electromagnet can be adjusted by the amount of electric current allowed to flow into it. Advantages ਕੀ ਹੁੰਦੀਆਂ ਇਹਨਾਂ ਦੀਆਂ? The main advantages of permanent magnet over an electromagnet is that a permanent magnet does not require a continuous supply of electrical energy to maintain its magnetic field. However,
And electromagnets, magnetic fields can be rapidly manipulated over a wide range by controlling the amount of electric current supplied to the electromagnet. अगला है laws of electromagnetism. There are four laws of magnetism. First one is the law of Biot-Savart. Magnetic field generated by currents in wires. दूसरा है the Ampere's law. The effect of a current on a loop of flux which it threads. Fourth law. The force of an electron moving through a magnetic field. Fourth one, Faraday's law. The voltage induced in a circuit by magnetic cutting it. ਹੁਣ ਆਪਾਂ ਚਾਰ ਲਾ ਹੈ, ਚਾਰਾਂ ਵਿੱਚੋਂ ਆਪਣਾ ਜਿਹੜਾ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਹੈਗਾ ਉਹ ਹੈਗਾ ਆ ਫੈਰਾਡੇ ਲਾ। ਅਤੇ ਆਪਾਂ ਨੈਕਸਟ ਲੈਕਚਰ ਦੇ ਵਿੱਚ ਫੈਰਾਡੇ ਲਾ ਪੜ੍ਹਾਂਗੇ। ਫੈਰਾਡੇ ਲਾ ਵੀ ਦੋ ਤਰ੍ਹਾਂ ਦੇ ਆ, ਫੈਰਾਡੇ ਫਸਟ ਲਾ ਐਂਡ ਫੈਰਾਡੇ ਸੈਕੰਡ ਲਾ। ਨੋਟ ਡਾਊਨ ਕਰ ਲਓ ਇਹ ਚੀਜ਼ਾਂ। ਓਕੇ ਸਟੂਡੈਂਟਸ, ਅੱਜ ਦਾ ਲੈਕਚਰ ਬਸ ਇੰਨਾ ਹੀ ਸੀ। ਥੈਂਕ ਯੂ ਫॉर ਵਾਚਿੰਗ ਮਾਈ ਲੈਕਚਰ। ਅਗਰ ਤੁਹਾਨੂੰ ਕੋਈ ਵੀ ਡਾਊਟ ਹੋਵੇ ਤਾਂ ਤੁਸੀਂ ਮੈਨੂੰ WhatsApp 'ਤੇ ਕੰਟੈਕਟ ਕਰ ਸਕਦੇ ਹੈਗੇ। ਅਤੇ ਨੈਕਸਟ ਲੈਕਚਰ 'ਚ ਆਪਾਂ ਅਗਲੇ ਟੌਪਿਕ ਕਰਾਂਗੇ। ਟਿਲ ਦੈਨ ਟੇਕ ਕੇਅਰ।